ਮੇਰਾ ਨਾਟਕ ਹੈ ਇੱਕ ਤਸਵੀਰ ਦਾ ਤੀਜਾ ਪਾਸਾ। ਇਹ ਰਾਜਨੀਤੀ ਦੀਆਂ ਨਫ਼ਰਤਾਂ ਇਸ ਥੀਮ ਉੱਤੇ ਲਿਖਿਆ ਹੋਇਆ ਨਾਟਕ ਹੈ। ਇਸ ਵਿੱਚੋਂ ਮੈਂ ਇੱਕ ਦ੍ਰਿਸ਼ ਸੁਣਾ ਰਿਹਾ ਛੋਟਾ ਜਿਹਾ। ਚੌਥਾ ਦ੍ਰਿਸ਼ ਹੈ ਜਿਸ ਵਿੱਚ ਸਿਰਫ ਦੋ ਪਾਤਰ ਨੇ, ਇੱਕ ਜਰਨੈਲ ਹੈ ਫੌਜ ਦਾ, ਇੱਕ ਉਸ ਦੀ ਪਤਨੀ ਕਿਰਪਾਲ ਕੌਰ। ਕਿਰਪਾਲ ਕੌਰ ਦੇ ਉਦਾਸ ਗਾਉਣ ਦੀ ਆਵਾਜ਼ ਆਉਂਦੀ ਹੈ। ਉਸਦੇ ਗਾਉਣ ਅਤੇ ਰੋਣ 'ਚ ਫਰਕ ਕਰਨਾ ਮੁਸ਼ਕਲ ਹੈ। ਰੋਸ਼ਨੀ ਹੁੰਦੀ ਹੈ, ਅਸੀਂ ਦੇਖਦੇ ਹਾਂ ਕਿ ਜਰਨੈਲ ਅਖਬਾਰ ਪੜ੍ਹ ਰਿਹਾ। ਜਰਨੈਲ: ਬਸ ਕਰੋ, ਸਾਰੀ ਜ਼ਿੰਦਗੀ ਰੋਂਦਿਆਂ ਲੰਘਾ ਲਈ, ਹੁਣ ਤਾਂ ਬੰਦ ਕਰੋ ਇਹ ਰਾਗ। ਮੇਰੇ ਖੂਨ 'ਚ ਵਗਦਾ ਹੁਣ ਇਹ ਰਾਗ, ਇਹਨਾਂ ਵੈਣਾਂ ਵਿੱਚ ਮੇਰੇ ਪ੍ਰਾਣ ਨੇ। ਮੇਰੀ ਧੀ ਦੀਆਂ ਪਥਰਾਈਆਂ ਅੱਖਾਂ 'ਚ ਦੇਖ ਇਸ ਰਾਗ ਦਾ ਬੁੱਤ। ਰੋਣ ਦੇ ਮੈਨੂੰ, ਗਾਉਣ ਦੇ, ਤੂੰ ਪੜ੍ਹ ਅਖਬਾਰ, ਦੇਖ ਕਿੱਥੇ ਗਈ ਤੇਰੀ ਫੌਜ ਹਮਲਾ ਕਰਨ। ਭੇਜ ਆਪਣੀ ਫੌਜ ਨੂੰ ਹੁਣ ਕੰਧਾਰ, ਲੈ ਕੇ ਆਵੇ ਉੱਥੋਂ ਜਹਾਜ਼। ਮੰਤਰੀ ਕਿਉਂ ਚਲਾ ਗਿਆ? ਲੱਭਦਾ ਫਿਰ ਉਹਨਾਂ ਨੂੰ ਜਿਹੜੇ ਜੇਲ੍ਹਾਂ 'ਚੋਂ ਨਿਕਲ ਕੇ ਪਾਕਿਸਤਾਨ ਪਹੁੰਚ ਗਏ। ਅਤੇ ਤੂੰ ਬਣਿਆ ਫਿਰਦਾ ਫੌਜ ਦਾ ਜਰਨੈਲ, ਆਪਣੇ ਘਰ ਦਾ ਕੈਦੀ। ਦਰਬਾਰ ਸਾਹਿਬ 'ਤੇ ਟੈਂਕ ਚੜ੍ਹਾਉਣ ਵਾਲਿਆ, ਹੁਣ ਜਿੰਨੇ ਮਰਜ਼ੀ ਪਾਠ ਕਰ, ਤੇਰੀ ਮੁਕਤੀ ਨਹੀਂ ਹੋਣੀ। ਸਤਿਗੁਰ ਬਦਲਾ ਲੈਣਗੇ ਤੈਥੋਂ। ਜਰਨੈਲ ਕਿਰਪਾਲ ਦੇ ਸਾਹਮਣੇ ਦੋ ਹੱਥ ਜੋੜ ਕੇ ਖੜ੍ਹਾ ਹੋ ਜਾਂਦਾ, ਜਿਵੇਂ ਉਸ ਤੋਂ ਮਾਫ਼ੀ ਮੰਗ ਰਿਹਾ ਹੋਵੇ। ਹੱਥ ਜੋੜ ਗੁਰੂ ਰਾਮਦਾਸ ਅੱਗੇ, ਜਿਹਦੀ ਪਵਿੱਤਰ ਨਗਰੀ ਨੂੰ ਤੂੰ ਪਲੀਤ ਕੀਤਾ। ਮਾਫ਼ੀ ਮੰਗ ਪੰਜਵੇਂ ਪਾਤਸ਼ਾਹ ਤੋਂ, ਜਿਸ ਦੇ ਦਰਬਾਰ 'ਚ ਤੂੰ ਖੂਨ ਦੀ ਹੋਲੀ ਖੇਡੀ ਅਤੇ ਮੇਰੀ ਧੀ ਦੇ ਹਰ ਸੁੱਖ ਨੂੰ ਲਹੂ ਲੁਹਾਨ ਕਰ ਛੱਡਿਆ। ਕਿਰਪਾਲ ਜੀ, ਇੰਨੀਆਂ ਮਾਫ਼ੀਆਂ ਰੱਬ ਤੋਂ ਮੰਗੀਆਂ ਹੁੰਦੀਆਂ ਤਾਂ ਉਹਨੇ ਵੀ ਬਖਸ਼ ਦੇਣਾ ਸੀ, ਪਰ ਮੈਂ ਰੱਬ ਨਹੀਂ ਹਾਂ। ਇਸੇ ਲਈ ਰੋਜ਼ ਪੁੱਛਦੀ ਹਾਂ ਤੈਨੂੰ, ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਿ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਚੱਲਿਆ ਤੂੰ? ਮੈਂ ਰੋਜ਼ ਦੱਸਦਾ ਕਿਰਪਾਲ ਜੀ, ਇਹ ਮੈਨੂੰ ਵੀ ਨਹੀਂ ਸੀ ਪਤਾ। ਇਹ ਤਾਂ ਪਤਾ ਸੀ ਨਾ ਕਿ ਉਸੇ ਦਿਨ ਮਨਦੀਪ ਦੀ ਡਿਲੀਵਰੀ ਸੀ ਆਪਣੀ ਧੀ ਦੀ, ਫਿਰ ਕਿਉਂ ਤੁਰ ਗਿਆ? ਕੀ ਕਰਦਾ? ਹੈੱਡਕੁਆਰਟਰ ਦਾ ਹੁਕਮ ਸੀ। ਢੱਠੇ ਖੂਹ 'ਚ ਜਾਂਦਾ ਤੇਰਾ ਹੈੱਡਕੁਆਰਟਰ ਅਤੇ ਉਹਦਾ ਹੁਕਮ। ਤੂੰ ਵਾਹਿਗੁਰੂ ਦੇ ਘਰ ਵਿੱਚ ਬੰਬ ਚਲਾਏ, ਉਹ ਮੇਰੀ ਬੱਚੀ ਦੀ ਕੁੱਖ ਦਾ ਕਤਲ ਕਰ ਗਏ। ਕੁਛ ਨਾ ਕਰ ਸਕੇ ਤੇਰੇ ਡਾਕਟਰ। ਮੇਰੀ ਧੀ ਤੜਫਦੀ ਰਹੀ ਅਤੇ ਉਹ ਮਿਲਟਰੀ ਹਸਪਤਾਲ 'ਚ ਖਬਰਾਂ ਸੁਣਦੇ ਰਹੇ। ਸਤਿਗੁਰ ਨੇ ਕਰਨੀ ਦਾ ਫਲ ਨਾਲੋਂ ਨਾਲ ਦੇ ਦਿੱਤਾ। ਜਿੱਦਣ ਤੇਰੀ ਫੌਜ ਨੇ ਹਰਿਮੰਦਰ ਦਾ ਬੂਟਾਂ ਅਤੇ ਬੰਦੂਕਾਂ ਨਾਲ ਅਪਮਾਨ ਕੀਤਾ, ਉਸੇ ਦਿਨ ਸਾਡੀ ਮਾਸੂਮ ਜਾਨ ਨੇ ਅੱਖਾਂ ਬੰਦ ਕਰ ਲਈਆਂ, ਖੋਲ੍ਹਣ ਤੋਂ ਵੀ ਪਹਿਲਾਂ। 15 ਸਾਲ ਹੋ ਗਏ, ਅਸੀਂ ਆਪਣੇ ਡਰ 'ਚੋਂ ਬਾਹਰ ਨਹੀਂ ਨਿਕਲੇ, ਅਤੇ ਮੇਰੀ ਧੀ ਵਿਚਾਰੀ ਆਪਣੇ ਘਰ 'ਚੋਂ ਬਾਹਰ ਨਹੀਂ ਨਿਕਲੀ। ਤੁਸੀਂ ਇਤਬਾਰ ਕਰੋ ਕਿਰਪਾਲ ਜੀ, ਕੋਈ ਵੀ ਫੌਜੀ ਇਸ ਹਾਲਤ ਵਿੱਚ ਕੁਛ ਨਹੀਂ ਕਰ ਸਕਦਾ। ਅਸੀਂ ਜ਼ਿੰਦਗੀ ਭਰ ਇੱਕੋ ਗੱਲ ਸਿੱਖਦੇ ਹਾਂ, ਉੱਪਰਲੇ ਦਾ ਹੁਕਮ ਮੰਨਣਾ, ਹੇਠਲੇ ਨੂੰ ਹੁਕਮ ਦੇਣਾ। ਇਸੇ ਗੱਲ ਦੀ ਰੋਟੀ ਖਾਂਦੇ ਹਾਂ। ਆਰਡਰ ਆਰਡਰ ਆਰਡਰ। ਬਾਏਂ ਮੁੜ, ਅਸੀਂ ਮੁੜ ਜਾਂਦੇ ਹਾਂ। ਅੱਗੇ ਵੜ, ਅਸੀਂ ਤੁਰ ਪੈਂਦੇ ਹਾਂ। ਪਰੇਡ ਥੰਮ, ਅਸੀਂ ਰੁਕ ਜਾਂਦੇ ਹਾਂ। ਅਸੀਂ ਸਿੱਖਦੇ ਵੀ ਇਹੋ ਹਾਂ, ਸਿਖਾਉਂਦੇ ਵੀ ਇਹੋ ਹਾਂ। ਸਾਡੀ ਤਾਕਤ ਵੀ ਇਹੋ ਹੈ ਕਿਰਪਾਲ ਜੀ, ਕਮਜ਼ੋਰੀ ਵੀ ਇਹੋ ਹੈ। ਜੇ ਜ਼ਿੰਦਗੀ ਦੇ ਨਹੀਂ ਸਕਦੇ, ਖੋਣ ਦਾ ਕੀ ਹੱਕ ਹੈ ਤੁਹਾਡਾ? ਹੁਕਮ ਮੰਨਦਿਆਂ ਮੰਨਦਿਆਂ ਕਿਰਪਾਲ ਜੀ, ਪਤਾ ਨਹੀਂ ਕਦੋਂ ਇੱਕ ਰਾਈਫਲ ਹੱਥਾਂ ਨਾਲ ਚਿਪਕ ਜਾਂਦੀ ਹੈ। ਹੱਥ ਅਤੇ ਰਾਈਫਲ ਇੱਕ ਹੋ ਜਾਂਦੇ ਨੇ। ਇੱਦਾਂ ਲੱਗਦਾ ਜਿਵੇਂ ਰੱਬ ਨੇ ਬਾਂਹ ਨਹੀਂ, ਮੋਢੇ ਨਾਲ ਰਾਈਫਲ ਲਾ ਕੇ ਭੇਜਿਆ ਸੀ।
ਉਦੋਂ ਤੱਕ ਅੱਡ ਨਹੀਂ ਹੁੰਦੀ ਜਦ ਤੱਕ ਸਰੀਰ ਤੋਂ ਕੱਟੀ ਨਾ ਜਾਵੇ। ਰਾਈਫਲ ਸਾਡਾ ਅੰਗ ਬਣ ਜਾਂਦਾ ਹੈ। ਦੇਖਣਾ, ਸੋਚਣਾ, ਜੀਣਾ, ਮਰਨਾ ਸਭ ਕੁਝ ਇਸ ਰਾਈਫਲ ਨਾਲ ਹੁੰਦਾ। ਜੇ ਆਪਣੀ ਗੋਲੀ ਨਹੀਂ ਚਲਾਉਂਦੇ ਤਾਂ ਦੂਜੇ ਦੀ ਚੱਲ ਜਾਂਦੀ ਹੈ। ਬਹੁਤੀ ਵੇਰ ਗੋਲੀ ਇਸ ਲਈ ਚਲਾਈ ਜਾਂਦੀ ਹੈ ਕਿ ਆਪ ਨਾ ਮਰ ਜਾਈਏ। ਇਸੇ ਕਰਕੇ ਤੂੰ ਸੈਂਕੜੇ ਬੇਕਸੂਰਾਂ ਨੂੰ ਵਿੰਨ ਦਿੱਤਾ, ਜਿਹੜੇ ਜੋੜ ਮੇਲੇ ਤੇ ਮੱਥਾ ਟੇਕਣ ਆਏ ਸੀ ਗੁਰੂ ਦੇ ਘਰ। ਹਾਂ, ਉਹ ਪਹਿਲਾ ਮੌਕਾ ਸੀ ਜਿਸ ਵਿੱਚ ਦੁਸ਼ਮਣ ਬੇਪਛਾਣ ਸੀ। ਉਂਝ ਤਾਂ ਮੈਂ ਅਸਾਮ ਵਿੱਚ ਵੀ ਸਿਵਲੀਅਨ ਮਾਰੇ, ਕਸ਼ਮੀਰ ਤੇ ਸ੍ਰੀਲੰਕਾ ਵਿੱਚ ਵੀ ਹਥਿਆਰਬੰਦ ਗੈਰ ਫੌਜੀਆਂ ਤੇ ਬੰਬ ਸੁੱਟੇ, ਪਰ ਪਹਿਲੀ ਵਾਰ ਨਿਹੱਥੇ ਲੋਕ ਵੀ ਨਿਸ਼ਾਨਾ ਬਣੇ। ਆਸਥਾ ਦੇ ਮੈਦਾਨ ਵਿੱਚ ਜਿਵੇਂ ਅਸੀਂ ਆਪਣੇ ਖਿਲਾਫ ਮੋਰਚਾ ਖੋਲ੍ਹ ਲਿਆ ਸੀ। ਸ਼ਾਇਦ ਸਾਨੂੰ ਮਜਬੂਰ ਹੋਣਾ ਪਿਆ। ਮਜਬੂਰਾਂ ਨੂੰ ਮਾਰਨ ਦੀ ਕੀ ਮਜਬੂਰੀ ਸੀ ਮੇਰੇ ਜਰਨੈਲਾ। ਅਸੀਂ ਉਹਨਾਂ ਨਾਲ ਲੜਨ ਗਏ ਸਾਂ ਜਿਨ੍ਹਾਂ ਗੁਰੂ ਦੇ ਘਰ ਨੂੰ ਬੰਕਰ ਬਣਾਇਆ ਸੀ। ਸਾਡੇ ਨਾਲੋਂ ਵੱਧ ਬੇਅਦਬ ਸਨ ਉਹ। ਗੁਰੂ ਨੂੰ ਭੁੱਲ ਕੇ ਉਹਦੇ ਘਰ ਦੀ ਓਟ ਲਈ, ਆਪਣੇ ਗੁਨਾਹਾਂ ਨੂੰ ਲੁਕਾਉਣ ਲਈ ਉਹਨਾਂ ਨੇ। ਤੇ ਤੂੰ ਗੁਰੂ ਦਾ ਘਰ ਹੀ ਢਾਹ ਦਿੱਤਾ। ਹਾਂ, ਮੈਂ ਅਕਾਲ ਤਖਤ ਵੱਲ ਤੋਪਦਾ ਮੂੰਹ ਕੀਤਾ ਸੀ। ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਰੋਜ਼ ਸੌਣ ਲੱਗਿਆਂ 6ਵੇਂ ਗੁਰੂ ਦੇ ਚਰਨਾਂ 'ਚ ਬੈਠ ਕੇ ਗੱਲਾਂ ਕਰਦਾ ਮੈਂ, ਕਿਰਪਾਲ ਜੀ। ਆਖਰ ਉਹਨਾਂ ਦੇ ਤਖਤ ਤੇ ਬਾਰੂਦ ਸੁੱਟਿਆ ਸੀ ਅਸੀਂ। ਇਹ ਮੇਰਾ ਹੁਕਮ ਸੀ, ਪਰ ਮੈਨੂੰ ਵੀ ਇਹੋ ਹੁਕਮ ਸੀ। ਫਿਰ ਵੀ ਸੌਖਾ ਕੰਮ ਨਹੀਂ ਹੈ ਉੱਥੇ ਬੰਬ ਸੁੱਟਣਾ ਜਿੱਥੇ ਸਾਰੀ ਉਮਰ ਪੂਰੀ ਅਕੀਦਤ ਨਾਲ ਮੱਥਾ ਟੇਕਿਆ ਹੋਵੇ। ਇਹ ਸੌਖਾ ਕੰਮ ਨਹੀਂ ਹੈ। ਪਰ ਕਿਰਪਾਲ ਜੀ, ਮੈਂ ਇਮਾਨਦਾਰੀ ਨਾਲ ਆਖਦਾ, ਗੁਰੂ ਜੀ ਮੇਰੀ ਮਜਬੂਰੀ ਨੂੰ ਸਮਝਦੇ ਨੇ। ਉਹ ਵੱਡੇ ਜਰਨੈਲ ਸਨ, ਜਾਣਦੇ ਨੇ ਸਾਡੀ ਲੜਾਈ ਗੁਰੂ ਦੇ ਘਰ ਨਾਲ ਨਹੀਂ ਸੀ। ਇਸੇ ਲਈ ਉਹਨਾਂ ਨੇ ਲੋਹਗੜ੍ਹ ਬਣਾਇਆ ਸੀ। ਆਪਣੀ ਰੱਖਿਆ ਲਈ ਤਖਤ ਦੀਆਂ ਕੰਧਾਂ ਦਾ ਆਸਰਾ ਨਹੀਂ ਸੀ ਲਿਆ। ਪਰ ਜਰਨੈਲਾ, ਤੈਨੂੰ ਉਹ ਕਿਉਂ ਨਹੀਂ ਦੱਸੇ ਜਿਨ੍ਹਾਂ ਇਹ ਹਾਲਾਤ ਬਣਾਏ ਤੇ ਗੁਰੂ ਘਰ ਨੂੰ ਪਲੀਤ ਕਰਨ ਦੀਆਂ ਸਕੀਮਾਂ ਘੜੀਆਂ? ਤੁਸੀਂ ਠੀਕ ਕਿਹਾ। ਆਸਥਾ ਦੇ ਦਰਬਾਰ ਵਿੱਚ ਕੇਵਲ ਰੂਹਾਂ ਨੂੰ ਨਤਮਸਤਕ ਹੋਣਾ ਚਾਹੀਦਾ। ਇਹੋ ਤਾਂ ਬੇਬਸੀ ਹੈ। ਹਾਲਾਂਕਿ ਸਭ ਜਾਣਦੇ ਨੇ ਕਿ ਬਾਰੂਦ ਨਾਲ ਕਦੇ ਵੀ ਲੜਾਈਆਂ ਦੇ ਫੈਸਲੇ ਨਹੀਂ ਹੁੰਦੇ। ਕਸ਼ਮੀਰ ਹੋਵੇ ਜਾਂ ਅਸਾਮ, ਨਾਗਾਲੈਂਡ ਜਾਂ ਬੰਗਾਲ, ਸਭ ਨੂੰ ਪਤਾ ਫੈਸਲੇ ਰਾਜਨੀਤੀ ਕਰਦੀ ਹੈ। ਬਾਰੂਦ ਤੋਂ ਪਹਿਲਾਂ ਕਰ ਲਵੇ ਜਾਂ ਬਾਅਦ ਵਿੱਚ। ਆਪਣੇ ਲੋਕਾਂ 'ਤੇ ਵੀ ਗੋਲੀ ਚਲਾਉਣ ਲਈ ਪੋਲੀਟਿਕਸ ਮਜਬੂਰ ਕਰਦਾ। ਉਂਝ ਕਿਹੜੇ ਆਪਣੇ ਨਹੀਂ ਸਨ? ਕਸ਼ਮੀਰ, ਅਸਾਮ ਤੇ ਸ੍ਰੀਲੰਕਾ ਕਿਹੜੇ? ਸਿਰਫ ਬਾਰੂਦ ਦੀ ਆਵਾਜ਼ ਅੱਡ ਸੀ, ਪਰ ਚੀਖ ਦੀ ਆਵਾਜ਼ ਇੱਕੋ ਜਿਹੀ। ਗੋਲੀ ਸਰੀਰ ਵਿੰਨ੍ਹਦੀ ਏ ਤੇ ਚੀਖ ਦਿਲ। ਵਰਦੀਆਂ ਦੇ ਰੰਗ ਵੱਖ ਹੁੰਦੇ ਨੇ, ਖੂਨ ਦਾ ਇੱਕੋ। ਲੋਥਾਂ ਦੇਖ ਕੇ ਕਦੇ ਵੀ ਜਿੱਤ ਦਾ ਅਹਿਸਾਸ ਨਹੀਂ ਹੁੰਦਾ। ਬੰਦਾ ਮਾਰਨਾ ਤਾਂ ਹਾਰ ਦੀ ਨਿਸ਼ਾਨੀ ਹੈ। ਕਿਰਪਾਲ ਕੌਰ, ਸੱਚ ਮੰਨਣਾ, ਮੇਰਾ ਕੋਈ ਦੁਸ਼ਮਣ ਨਹੀਂ ਹੈ ਸਾਰੀ ਦੁਨੀਆ ਵਿੱਚ। ਮੈਂ ਕਿਸੇ ਦਾ ਵੈਰੀ ਨਹੀਂ ਹਾਂ। ਫਿਰ ਗੋਲੀ ਕਿਸ ਤੇ ਚਲਾਉਣਾ ਹੈ? ਜਿਸ ਦੇ ਹੱਥ ਨਾਲ ਮੇਰੇ ਵਾਂਗ ਬੰਦੂਕ ਚਿਪਕੀ ਹੁੰਦੀ ਹੈ, ਉਹਨੂੰ ਵੀ ਕਿਸੇ ਦਾ ਹੁਕਮ ਮੰਨਣਾ ਪੈ ਰਿਹਾ ਹੁੰਦਾ। ਫਿਰ ਅਸਲ ਦੁਸ਼ਮਣ ਕੌਣ ਹੈ? ਗੋਲੀ ਚਲਾਉਣ ਵਾਲਾ ਕਿ ਹੁਕਮ ਚਲਾਉਣ ਵਾਲਾ? ਇਹੋ ਤਾਂ ਮਜ਼ਾਕ ਹੈ ਕਿਰਪਾਲ ਜੀ।
ਹੁਕਮ ਚਲਾਉਣ ਵਾਲੇ ਕਿਤੇ ਪਿੱਛੇ ਬੈਠੇ ਹੁੰਦੇ ਨੇ। ਸਾਹਮਣੇ ਤਾਂ ਸਿਰਫ ਬੰਦੂਕ ਹੈ ਜਾਂ ਉਸਦਾ ਡਰ ਹੈ। ਜੰਗ ਵਿੱਚ ਪਿੱਠ ਦੇਣਾ ਫੌਜੀ ਦਾ ਕਿਰਦਾਰ ਨਹੀਂ, ਛਾਤੀ ਨੂੰ ਸਾਹਮਣੇ ਰੱਖਣਾ ਉਹਦਾ ਧਰਮ ਹੈ। ਅੱਗੇ ਜਾਣ ਲਈ ਗੋਲੀ ਚਲਾਉਣੀ ਜ਼ਰੂਰੀ ਹੈ, ਨਹੀਂ ਤੇ ਆਪ ਮਰਨਾ ਪੈਂਦਾ। ਜਰਨੈਲਾ, ਤੂੰ ਗੋਲੀ ਚਲਾਈ ਹਰਮੰਦਰ ਤੇ ਉਹ ਜਾ ਕੇ ਲੱਗੀ ਮਿਲਟਰੀ ਹਸਪਤਾਲ ਦੇ ਵਿੱਚ। ਤੂੰ ਗੋਲੀ ਚਲਾਈ ਦਹਿਸ਼ਤਗਰਦਾਂ ਉੱਤੇ ਤੇ ਉਹ ਵਿੰਨ ਕੇ ਲੈ ਗਈ ਤੇਰੀ ਧੀ ਦੇ ਅਣਜੰਮੇ ਬੱਚੇ ਨੂੰ। ਤੂੰ ਗੋਲੀ ਚਲਾਈ ਬੰਦੂਕ ਉੱਤੇ ਤੇ ਉਹ ਜਾ ਕੇ ਲੱਗੀ ਰੂਹ ਉੱਤੇ। ਤੂੰ ਕੈਸਾ ਜਰਨੈਲ ਹੈ? ਕੈਸੀ ਹੈ ਤੇਰੀ ਬੰਦੂਕ ਜਿਹੜੀ ਆਪਣੀ ਨਸਲ ਕੁਸ਼ੀ ਕਰਨ ਲਈ ਤੁਰ ਪਈ? ਇਹ ਕਿਹੜਾ ਬਾਰਡਰ ਚੁਣ ਲਿਆ ਤੂੰ ਲੜਨ ਵਾਸਤੇ? ਕਿਹੜੇ ਦੁਸ਼ਮਣਾਂ ਨੂੰ ਮਾਰ ਕੇ ਆਇਆ ਮੇਰੇ ਦੁਸ਼ਮਣਾ? ਤੁਹਾਨੂੰ ਸਿਰਫ ਦੋ ਪਾਸੇ ਦਿਸਦੇ ਨੇ ਕਿਰਪਾਲ ਜੀ, ਇੱਕ ਪਾਸੇ ਫੌਜ ਤੇ ਦੂਜੇ ਪਾਸੇ ਹਰਮੰਦਰ ਸਾਹਿਬ, ਪਰ ਤਸਵੀਰ ਦਾ ਤੀਜਾ ਪਾਸਾ ਵੀ ਹੁੰਦਾ ਹੈ, ਦੋਹਾਂ ਤੋਂ ਵੱਡਾ। ਤੀਸਰੇ ਪਾਸੇ ਦੀ ਹੀ ਨੁੱਕਰੇ ਮਨਦੀਪ ਦੇ ਬੱਚੇ ਦੀ ਲੋਥ ਹੈ। ਹਜ਼ਾਰਾਂ ਲੋਕਾਂ ਦੇ ਆਪੋ ਆਪਣੇ ਤੀਜੇ ਪਾਸੇ। ਉਹ ਨੁੱਕਰਾਂ ਜੋ ਦਿਸਦੀਆਂ ਨਹੀਂ ਪਰ ਦੁਖਦੀਆਂ ਨੇ, ਦੁਖਦੀਆਂ ਹੀ ਨਹੀਂ ਧੁਖਦੀਆਂ ਵੀ ਨੇ। ਮੇਰਾ ਸਿਰ ਫਟ ਰਿਹਾ, ਮੈਨੂੰ ਨਹੀਂ ਪਤਾ ਮੇਰਾ ਕੀ ਕਸੂਰ ਹੈ। ਪਿੱਠ ਭੂਮੀ ਚੋਂ ਇੱਕ ਸ਼ੇਰ ਦੀ ਆਵਾਜ਼ ਸੁਣਾਈ ਦਿੰਦੀ ਹੈ, ਗੁਨਹਗਾਰ ਵਫਾ ਲਾਇਕੇ ਸਜ਼ਾ ਲਿਖ दो, मेरे खिलाफ ज़माने का फ़ैसला लिख दो, मेरे खिलाफ ज़माने का फ़ैसला लिख दो, मेरे खिलाफ ज़माने का फ़ैसला लिख दो।